आज राजपुरा के अंबेडकर चौक में दलित नेता सुखविंदर सुखी की अगुवाई में कई राजनीतिक पार्टी के नेताओं ने एक रोष मार्च निकालते हुए बाबा साहब की मूर्ति पर मोमबत्तियां जलाकर अपना रोष जाहिर किया। आपको यहां बता दें कि ये रोष मार्च इसलिए निकाला गया क्योंकि बीते वर्ष आज ही के दिन उक्त अंबेडकर चौक में लगी बाबा साहेब की मूर्ति को रात के समय किसी शरारती व्यक्तियों द्वारा बड़े ही बुरे ढंग से तोड़ दिया गया था और मूर्ति तोड़े जाने के बाद शहर में तनाव की स्थिति बन गई थी। उसके बाद समाज के लोग मूर्ति तोड़े जाने व उक्त दोषियों की गिरफ्तारी के लिए यहाँ पर धरने पर बैठे थे, जिसके बाद प्रशासन द्वारा उक्त चौक में बाबा साहेब की नई मूर्ति तो लगवा दी गई थी, मगर मूर्ति को तोड़ने वाले आरोपी आज भी पुलिस की पकड़ से बाहर हैं। उसी को लेकर आज दलित नेता सुखविंदर सुखी व अन्य पार्टी के नेताओं ने यहां रोष मार्च निकालते हुए प्रशासन से उक्त मूर्ति को तोड़ने वाले आरोपियों को जल्द गिरफ्तार करने की मांग करते हुए क्या कहा, आइए आपको सुनाते हैं। ਤੇ ਇੱਕ ਸਾਲ ਪੂਰਾ ਬੀਤ ਗਿਆ ਤੇ ਇੱਕ ਸਾਲ ਦੇ ਵਿੱਚ ਅਸੀਂ ਬਾਰ-ਬਾਰ ਆਪਣੀ ਆਵਾਜ਼ ਉਠਾਉਂਦੇ ਰਹੇ ਹਾਂ ਅਲੱਗ-ਅਲੱਗ ਮੰਚਾਂ ਤੇ ਕਿ ਇਹਦੇ ਜਿਹੜੇ ਦੋਸ਼ੀ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਦਾ ਬੇਇੱਜ਼ਤੀ ਕੀਤੀ ਹੈ, ਇੱਕ ਤਰ੍ਹਾਂ ਦਾ ਉਹਦੀ ਅਪਮਾਨ ਕੀਤਾ, ਤੋੜਿਆ ਗਿਆ ਉਹਨੂੰ, ਤੇ ਅਲੱਗ-ਅਲੱਗ ਮੰਚਾਂ ਤੋਂ ਆਵਾਜ਼ ਉਠਾਉਣ ਦੇ ਬਾਵਜੂਦ ਵੀ ਇੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਬਿਲਕੁਲ ਕੁੰਭਕਰੀ ਨੀਂਦ 'ਚ ਸੁੱਤਾ ਪਿਆ ਤੇ ਬਿਲਕੁਲ ਵੀ ਉਹਨਾਂ ਤੇ ਕੰਨ ਤੇ ਜੂੰ ਨਹੀਂ ਰਹਿ ਰਹੀ। ਕੋਈ ਗ੍ਰਿਫਤਾਰੀ, ਕੋਈ ਪੁੱਛਗਿੱਛ, ਕਿਸੇ ਤਰ੍ਹਾਂ ਦਾ ਵੀ ਕੋਈ ਐਕਸ਼ਨ ਨਹੀਂ ਹੋ ਰਿਹਾ। ਅੱਜ ਪੂਰਾ ਇੱਕ ਸਾਲ ਬੀਤਣ ਤੇ ਅਸੀਂ ਆਪਣਾ ਇੱਕ ਜਿਹੜਾ ਉਹ ਰੋਸ਼ ਇੱਥੇ ਦੇ ਪ੍ਰਸ਼ਾਸਨ ਨੂੰ ਪ੍ਰਗਟ ਕਰਨ ਲਈ ਇਕੱਠੇ ਹੋਏ ਹਾਂ। ਜੋ ਸਥਿਤੀਆਂ ਜਾਂ ਜੋ ਲੋਕਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਉਹਦੇ ਵਿੱਚ ਸਾਨੂੰ ਕਿੱਥੇ ਨਾ ਕਿੱਥੇ ਇਹ ਲੱਗਦਾ ਕਿ ਇੱਥੇ ਜਿਹੜੇ ਸੱਤਾ ਧਿਰ ਦੇ ਕੋਈ ਪ੍ਰਭਾਵਸ਼ੀਲ ਬੰਦੇ ਆ, ਇਹ ਲੱਗਦਾ ਕਿ ਉਹਨਾਂ ਦਾ ਹੀ ਹੱਥ ਹੈ ਪੁੱਤੜਾਂ 'ਚ, ਕਿਉਂਕਿ ਪੁਲਿਸ ਜਿਹੜੀ ਹੈ ਬਿਲਕੁਲ ਸੁਸਤ ਬੈਠੀ ਹੈ। ਕੋਈ ਕਾਰਵਾਈ ਇੱਥੇ ਤੱਕ ਕਿ ਕੋਈ ਇਹ ਹੋ ਸਕਦਾ ਕਿ ਚਲੋ ਦੋਸ਼ੀ ਨਹੀਂ ਫੜਿਆ ਜਾਏ, ਮਗਰ ਪੁੱਛ-ਗਿੱਛ ਲਈ ਕਿਸੇ ਨੂੰ ਤਾਂ ਡਿਟੈਂਸ਼ਨ ਲਈ ਬੁਲਾਇਆ ਜਾਏ, ਪੁਲਿਸ ਨੇ ਬਿਲਕੁਲ ਕੋਈ ਕਾਰਵਾਈ ਨਹੀਂ ਕਰੀ। ਤਾਂ ਸਾਨੂੰ ਇਵੇਂ ਲੱਗਦਾ ਹੈ ਕਿ ਕਿੱਥੇ ਨਾ ਕਿੱਥੇ ਇਹਦੇ ਵਿੱਚ ਸੱਤਾ ਧਿਰ ਦੇ ਜਿਹੜੇ ਪ੍ਰਭਾਵਸ਼ਾਲੀ ਬੰਦੇ ਆ ਜਿਨ੍ਹਾਂ ਦਾ ਪ੍ਰਭਾਵ ਹੈ ਉਹਨਾਂ ਦੁਆਰਾ ਹੀ ਕੰਮ ਕੀਤਾ ਗਿਆ। ਹੁਣ ਬਾਕੀ ਸੰਗਠਨਾਂ ਤੇ ਤਾਂ ਮੈਂ ਕੋਈ ਟਿੱਪਣੀ ਕਰਦਾ ਚੰਗਾ ਨਹੀਂ ਲੱਗਦਾ। ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀਆਂ ਹੋਣ, ਕੁਝ ਸੰਗਠਨ ਇਵੇਂ ਦੇ ਨੇ ਜਿਹੜੇ ਸਰਕਾਰੀ ਨੌਕਰੀਆਂ ਦੇ ਵਿੱਚ ਨੇ, ਹੋ ਸਕਦਾ ਕੋਈ ਉਹਨਾਂ ਦੇ ਪ੍ਰੈਸ਼ਰ ਹੋਏ, ਮਗਰ ਜੋ ਮੇਰੀ ਜ਼ਮੀਰ ਦੀ ਆਵਾਜ਼ ਉਸ ਟਾਈਮ ਜਿਹੜੀ ਆਵਾਜ਼ ਹੈ ਉਹ ਟੁੱਟਣ ਦੇ ਖਿਲਾਫ ਹੋਈ ਸੀਗੀ। ਮਗਰ ਅੱਜ ਜਿਹੜੇ ਰਾਜਪੁਰੇ ਸ਼ਹਿਰ 'ਚ ਚਰਚਾਵਾਂ ਦਾ ਵਿਸ਼ੇ ਬਣਿਆ, ਵਿਸ਼ੇਸ਼ ਤੌਰ ਤੇ ਜਦੋਂ ਇਹ ਫੁਆਰਾ ਚੌਂਕ ਬਣਨਾ ਸ਼ੁਰੂ ਹੋਇਆ ਤੇ ਲੋਕਾਂ ਦੇ ਵਿੱਚ ਚਰਚਾਵਾਂ ਦਾ ਵਿਸ਼ੇ ਬਣਿਆ ਕਿ ਇਹ ਜਿਹੜਾ ਬੁੱਤ ਹੈ ਹੋ ਸਕਦਾ ਹੈ ਕਿ ਫੁਆਰਾ ਚੌਂਕ ਦੀ ਜਿਹੜੀ ਹੈ ਬਲੀ ਦਿੱਤੀ ਗਈ ਹੈ ਤੇ ਇਸ ਕਾਰਨ ਸ਼ਾਇਦ ਉਹਨਾਂ ਨੂੰ ਕੋਈ ਮਜਬੂਰੀਆਂ ਆ ਰਹੀਆਂ ਹੋਣ। ਮਗਰ ਜੋ ਮੇਰਾ ਜ਼ਮੀਰ ਹੈ, ਮੈਂ ਆਪਣੀ ਜ਼ਮੀਰ ਤੇ ਅੱਜ ਵੀ ਖੜਾ ਤੇ ਮੈਂ ਅਲੱਗ-ਅਲੱਗ ਮੰਚਾਂ ਤੇ ਜਦ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਮੈਂ ਆਪਣੀ ਆਵਾਜ਼ ਬੁਲੰਦ ਕਰਦਾ। ਕਿੰਨੇ ਅਫਸਰਾਂ ਕੋਲ ਜਾ ਕੇ ਆਏ ਹੋ ਜੀ ਵੀ ਸਾਡੇ? ਅਸੀਂ ਦੇਖੋ ਜੀ ਕਈ ਵਾਰ ਐਸਡੀਐਮ ਸਾਹਿਬ, ਡਿਪਟੀ ਸਾਹਿਬ ਨੂੰ ਜਿਹੜੇ ਬਦਲੀ ਹੋ ਚੁੱਕਿਆ ਕਾਸ਼ ਜੀ, ਉਹਨਾਂ ਨੂੰ ਵੀ ਮਿਲੇ ਆ, ਮਗਰ ਸਾਡੀ ਕੋਈ ਵੀ ਕਾਰਵਾਈ ਹੈ ਜਿਹੜੀ ਕਿ ਕਿੱਥੇ ਵੀ ਨਹੀਂ ਕੀਤੀ ਗਈ। ਤੇ ਤੁਸੀਂ ਉੱਪਰ ਅਫਸਰਾਂ ਕੋਲ ਗਏ ਹੋ? ਹੁਣ ਸਾਡੀ ਤਿਆਰੀ ਹੈ, ਦੇਖੋ 3-4 ਮਹੀਨੇ ਤਾਂ ਹੋ ਗਏ, ਕਰੋਨਾ ਕਾਲ ਦੇ ਵਿੱਚ ਅਸੀਂ ਮਜਬੂਰੀ ਸੀ, ਅਸੀਂ ਨਹੀਂ ਕਹੀਂ ਜਾ ਸਕਦੇ, ਪਬਲਿਕ ਡੀਲਿੰਗ ਬੰਦ ਸੀ। ਇਸ ਤੋਂ ਬਾਅਦ ਹੁਣ ਸਾਡੀ ਸ਼ੁਰੂਆਤ ਹੈ, ਅਸੀਂ ਡੀਸੀ ਸਾਹਿਬ ਨੂੰ ਬੜੀ ਛੇਤੀ ਜਿਹੜੇ ਸਾਡੇ ਨਾਲ ਅੱਜ ਲੋਕ ਜੁੜੇ ਹੋਏ ਆ ਕਿ ਇੱਕ ਹੋਰ ਗੱਲ ਹੈ, ਦੇਖੋ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਜਿਹੜੇ ਇੱਥੇ ਨਾਲ ਸਾਡੇ ਆਏ ਆ ਇਕੱਲੇ ਦਲਿਤ ਸਮਾਜ ਦੇ ਲੋਕ ਨਹੀਂ ਆਏ, ਉਹ ਲੋਕ ਆਏ ਆ ਜੋ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਪਿਆਰ ਕਰਦੇ ਨੇ, ਸੰਵਿਧਾਨ ਨੂੰ ਪਿਆਰ ਕਰਦੇ ਨੇ। ਤਾਂ ਕਰਕੇ ਮੇਰੀ ਜਿਹੜੀ ਉਮੀਦ ਹੈ ਉਹ ਦੁਬਾਰੇ ਜਾਗੀ ਹੈ ਕਿ ਇਹ ਲੋਕ ਮੇਰੇ ਭਾਈ ਮੇਰਾ ਸਾਥ ਦੇਣਗੇ ਤੇ ਇਹਦਾ ਇਨਸਾਫ ਜ਼ਰੂਰ ਬਹੁਤ ਛੇਤੀ ਮਿਲੇਗਾ। ਕਿ ਜਦੋਂ ਇਹ ਗੱਲ ਜਿਹੜਾ ਇੱਥੇ ਪ੍ਰਸ਼ਾਸਨ ਹੈ, ਇੱਕ ਇੱਥੇ ਦੇ ਬੜੇ ਹੀ ਨਾਮਚੀ ਲੀਡਰ ਨੇ ਇੱਕ ਇਹ ਬਿਆਨ ਦਿੱਤਾ ਹੈ ਕਿ ਜਿਹੜਾ ਮੁਹੱਬਤ ਪੈਲੇਸ ਕੋਲ ਬੁੱਤ ਹੈ ਉਹ ਸਾਨੂੰ ਪਤਾ ਕਿਹਨੇ ਤੋੜਿਆ, ਤੇ ਜਦੋਂ ਇੱਕ ਪੱਤਰਕਾਰ ਵੀਰ ਨੇ ਉਹਨੂੰ ਦੁਬਾਰੇ ਸਵਾਲ ਉਹਨਾਂ ਨੂੰ ਕੀਤਾ ਹੈ ਕਿ ਕੀ ਹੋ ਸਕਦਾ ਬਾਬਾ ਸਾਹਿਬ ਦਾ ਬੁੱਤ ਵੀ ਉਹਨਾਂ ਦੁਆਰਾ ਤੋੜਿਆ ਗਿਆ, ਉਹ ਕਹਿੰਦੇ ਆ ਕਿ ਹਾਂ ਜੀ ਇਹ ਬਿਲਕੁਲ ਹੋ ਸਕਦਾ ਹੈ। ਤੇ ਉਸ ਤੋਂ ਬਾਅਦ ਵੀ ਉਹ ਉਸ ਬੰਦਿਆਂ ਦਾ ਨਾਮ ਉਜਾਗਰ ਨਹੀਂ ਕਰਨਾ ਚਾਹ ਰਹੇ, ਉਹ ਚਾਹ ਰਹੇ ਕਿ ਸਹੀ ਸਮੇਂ ਆਉਣ ਤੇ ਕरेंगे। ਦੇਖੋ ਸਮਾਂ ਕਦ ਠੀਕ ਆਏਗਾ ਜਦ ਸਾਡੇ ਜਿਹੜੇ ਸਬਰ ਦਾ ਬਾਂਧ ਹੈ ਉਹ ਟੁੱਟ ਜਾਏਗਾ। ਤਾਂ ਕਰਕੇ ਅਸੀਂ ਉਹਨਾਂ ਜਿਹੜੇ ਲੀਡਰ ਸਾਹਿਬਾਨ ਹੈ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ, ਜੇਕਰ ਉਹਨਾਂ ਨੂੰ ਨਾਮ ਪਤਾ ਹੈ ਤੇ ਉਹ ਜ਼ਾਹਿਰ ਕਰਨ ਤੇ ਉਹ ਦੋਸ਼ੀ ਨੂੰ ਫੜਾਉਣ, ਕਿਉਂਕਿ ਦਲਿਤ ਸਮਾਜ ਦੀ ਅੱਜ ਜਿਹੜੀ ਭਾਵਨਾਵਾਂ ਇਕੱਲੀ ਰਾਜਪੁਰੇ 'ਚ ਨਹੀਂ ਆਹਤ ਹੋ ਰਹੀਆਂ। ਇਸ ਸੰਬੰਧ 'ਚ ਅੱਜ ਮੇਰੀ ਅਲੱਗ-ਅਲੱਗ ਜਥੇਬੰਦੀਆਂ ਨਾਲ ਗੱਲ ਵੀ ਹੋਈ ਹੈ ਤੇ ਲੋਕ ਬਹੁਤ ਬੜੇ ਲੈਵਲ ਤੇ ਅੱਜ ਪ੍ਰੋਟੈਸਟ ਕਰਨਾ ਚਾਹੁੰਦੇ ਸੀਗੇ। ਅੱਜ ਮੇਰੇ ਨਾਲ ਜਿਹੜੇ ਲੀਡਰ ਸਾਹਿਬਾਨ ਆਏ ਆ
ਕੱਲਾ ਬੰਦਾ 500 ਬੰਦੇ ਇਕੱਠੇ ਕਰਨ ਦੀ ਸ਼ਮਤਾ ਰੱਖਦਾ ਹੈ। ਮਗਰ ਕਰੋਨਾ ਕਾਲ ਨੂੰ ਦੇਖਦੇ ਹੋਏ ਅਸੀਂ ਕੋਈ ਇਸ ਤਰ੍ਹਾਂ ਦਾ ਭੀੜ ਚਾਲ ਜਿਹੜੀ ਹੈ ਨਹੀਂ ਇਕੱਠੀ ਕਰਨਾ ਚਾਹੁੰਦੇ ਸੀ। ਅਸੀਂ ਜਿਹੜੇ ਰਾਜਪੁਰੇ ਤੋਂ ਬਾਹਰਲੇ ਸਾਡੀ ਜਥੇਬੰਦੀਆਂ ਉਹਨਾਂ ਨੂੰ ਵੀ ਰੋਕਿਆ ਕਿ ਰਾਜਪੁਰੇ ਵਿੱਚ ਬਿਲਕੁਲ ਨਾ ਆਏ, ਕਿਉਂਕਿ ਅਸੀਂ ਇਹ ਜਿਹੜਾ ਕੋਈ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ। ਸੰਵਿਧਾਨ ਰਚੇਤਾ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਅਸੀਂ ਇੱਥੇ ਨਮਨ ਕਰਨ ਆਏ ਹਾਂ ਤੇ ਜਿਹੜੀ ਉਹਨਾਂ ਦੀ ਮੂਰਤੀ 1 ਸਾਲ ਪਹਿਲਾਂ ਕੋਈ ਸ਼ੈਤਾਨ ਬੰਦਿਆਂ ਨੇ ਖੰਡਿਤ ਕੀਤੀ ਹੈ, ਉਹਦੇ ਰੋਸ ਵਜੋਂ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਿਆ ਜਾਏ, ਨਹੀਂ ਤਾਂ ਅਸੀਂ ਬਹੁਤ ਵੱਡਾ ਸੰਘਰਸ਼ ਉਲੀਕਾਂਗੇ। ਇਹਦੇ ਲਈ ਫਿਰ ਪ੍ਰਸ਼ਾਸਨ ਤਿਆਰ ਰਹੇ, ਕਿਉਂਕਿ ਲੋਕਾਂ ਦੀ ਭਾਵਨਾਵਾਂ ਇਹਦੇ ਨਾਲ ਆਹਤ ਹੋਈਆਂ ਨੇ। ਲੋਕ ਸਾਨੂੰ ਫੋਨ ਕਰਦੇ ਨੇ ਕਿ ਤੁਸੀਂ ਇਹਦਾ ਜਵਾਬ ਪ੍ਰਸ਼ਾਸਨ ਤੋਂ ਮੰਗੋ। ਇਸ ਕਰਕੇ ਸਾਡੀ ਦੁਆਰਾ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਭੀਮ ਜੈ ਭਾਰਤ। ਭਾਰਤ ਦੇ ਸੰਵਿਧਾਨ ਰਚੇਤਾ ਬਾਬਾ ਸਾਹਿਬ ਦੀ ਜਿਹਨੂੰ ਲੈ ਕੇ ਪੂਰਾ ਹਿੰਦੁਸਤਾਨ ਇਨਸਾਫ ਨੂੰ ਮੰਗ ਕਰਦਾ ਸੀ, ਉਹਦੇ ਸੰਵਿਧਾਨ ਨੂੰ ਲੈ ਕੇ ਇਨਸਾਫ ਲੋਕਾਂ ਨੂੰ ਮਿਲਦਾ ਸੀ। ਪਰੰਤੂ ਇੱਥੇ ਇੱਕ ਮੂਰਤੀ ਜਿਹੜੀ ਖੰਡਿਤ ਕੀਤੀ ਗਈ, ਸਾਲ ਹੋ ਗਿਆ, ਇਹ ਇਨਸਾਫ ਨੂੰ ਤਰਸ ਰਹੀ ਹੈ। 1 ਸਾਲ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮੈਂ ਤਾਂ ਆਪਦੇ ਰਾਹੀਂ ਸਰਕਾਰ ਤੋਂ ਇਹ ਮੰਗ ਕਰਦਾ ਕਿ ਉਹ ਆਪਣਾ ਰੁਖ ਸਪਸ਼ਟ ਕਰੇ, ਉਹਨੇ ਕੀ ਕੀਤਾ ਅੱਜ ਤੱਕ। 1 ਸਾਲ ਹੋਣ ਨੂੰ ਆਇਆ, ਉਹਨਾਂ ਕੋਈ ਕੀ ਕਾਰਵਾਈ ਕੀਤੀ ਹੈ, ਕਿਸ ਬੰਦੇ ਤੋਂ ਪੁੱਛ ਪੜਤਾਲ ਕੀਤੀ ਹੈ। ਇੱਕ ਜਦੋਂ ਬਾਬਾ ਸਾਹਿਬ ਦੀ ਅੰਬੇਦਕਰ ਦੀ ਮੂਰਤੀ ਟੁੱਟੀ ਸੀ, ਇੱਕ ਜੋ ਤੁਸੀਂ ਪਹਿਲਾਂ ਵੀ ਕਹਿ ਕੇ ਹਟੇ ਹੈ, ਇੱਕ ਲੀਡਰ ਨੇ ਇਹ ਕਿਹਾ ਸੀ, ਸਾਨੂੰ ਪਤਾ ਹੈ ਵੀ ਤੋੜੀ ਕਿਨੇ ਹੈ, ਸਮੇਂ ਆਉਣ 'ਤੇ ਦੱਸਿਆ ਜਾਵੇਗਾ। ਪਰੰਤੂ 1 ਸਾਲ ਹੋ ਚੁੱਕਿਆ, ਸਮਾਂ ਕਦੋਂ ਆਏਗਾ? ਇਹ ਰਾਜਨੀਤਿਕ ਬੰਦ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਇਹ ਕੰਮ ਕੀਤਾ ਹੈ, ਗਲਤ ਕੰਮ ਕੀਤਾ ਹੈ, ਬਾਬਾ ਸਾਹਿਬ ਦੀ ਮੂਰਤੀ ਨੂੰ ਚੋਟ ਪਹੁੰਚਾਈ ਹੈ, ਉਹਨਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਉਰੇ ਚੌਂਕ 'ਚ ਭੀਮ ਰਾਓ ਅੰਬੇਦਕਰ ਜੀ ਦੇ ਕੋਲ ਨਮਨ ਕਰਨ ਵਾਸਤੇ ਆਏ ਸੀਗੇ। ਦੇਖੋ, ਗੱਲਾਂ ਸਾਰਿਆਂ ਨੇ ਕਹਿ ਹੀ ਦਿੱਤੀਆਂ ਨੇ, ਪਰ ਵੈਸੇ ਹੈ ਤਾਂ ਸ਼ਰਮ ਦੀ ਗੱਲ ਹੈ ਇਹ ਕਿ ਜੇ ਮਹਾਰਾਣੀ ਸਾਹਿਬਾ ਦੇ ਪੈਸੇ ਖਾਤੇ 'ਚ ਨਿਕਲ ਜਾਂਦੇ ਨੇ ਤੇ 24 ਘੰਟੇ ਦੇ ਵਿੱਚ ਉਹ ਬਰਾਮਦ ਹੋ ਜਾਂਦੇ ਨੇ, ਬੰਦੇ ਵੀ ਫੜੇ ਜਾਂਦੇ ਨੇ। ਅੱਜ ਭੀਮ ਰਾਓ ਅੰਬੇਦਕਰ ਜਿਹੜਾ ਬੁੱਤ ਹੈ, ਪਿਛਲੇ ਸਾਲ ਇਸੇ ਦਿਨ 15 ਤਰੀਕ ਨੂੰ ਜਿਹੜਾ ਖੰਡਿਤ ਕੀਤਾ ਗਿਆ ਸੀਗਾ, ਅੱਜ ਪੂਰਾ 1 ਸਾਲ ਹੋ ਗਿਆ ਤੇ ਹਜੇ ਉਹਦੇ ਬਾਰੇ ਕੋਈ ਵੀ ਨਾ ਕੋਈ ਫੜਿਆ ਗਿਆ ਹੈਗਾ, ਨਾ ਉਸ 'ਤੇ ਕੋਈ ਕਾਰਵਾਈ ਹੋਈ ਹੈ। ਦੇਖੋ, ਇਹਦੇ ਵਿੱਚ ਕੁਛ ਨਾ ਕੁਛ ਜੇ ਦੇਖਿਆ ਜਾਵੇ, ਜੇ ਮਹਾਰਾਣੀ ਸਾਹਿਬਾ ਦੇ ਪੈਸੇ 24 ਘੰਟੇ ਮਿਲ ਸਕਦੇ ਹੈ ਤਾਂ ਕਿਉਂ ਇਹ ਬੁੱਤ 'ਚ ਤੋੜਨ ਵਾਲੇ ਨਹੀਂ ਮਿਲ ਸਕਦੇ? ਮੈਂ ਤਾਂ ਇਹ ਸਮਝਦਾ ਹਾਂ ਕਿ ਪ੍ਰਸ਼ਾਸਨ ਦਾ ਕਿਤੇ ਨਾ ਕਿਤੇ ਦੇ ਵਿੱਚ ਹੱਥ ਹੈਗਾ। ਦੇਖੋ, ਪਤਾ ਕੀ ਹੈ, ਸਾਰੇ ਭਾਈ ਇਕੱਠੇ ਹੋਏ ਆ, ਉਰੇ ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਆ। ਦੇਖੋ, ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕੋਈ ਲਾਰਜ ਸਕੇਲ 'ਤੇ ਇਕੱਠ ਕਰੀਏ, ਉਰੇ ਕੋਈ ਹੰਗਾਮਾ ਕਰੀਏ, ਅਸੀਂ ਸੜਕਾਂ ਰੋਕੀਏ। ਮੇਰੀ ਤਾਂ ਇਹੀ ਬੇਨਤੀ ਹੈਗੀ ਹੈ ਪੰਜਾਬ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਕਿ ਜਿਨ੍ਹਾਂ ਨੇ ਵੀ ਖੰਡਿਤ ਕੀਤਾ ਹੈਗਾ, ਚਲੋ 1 ਸਾਲ ਪਹਿਲਾਂ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਹੈਗੀ, ਚਲੋ ਅੱਜ ਫਿਰ ਤੁਹਾਨੂੰ ਅਸੀਂ ਜਗਾਉਂਦੇ ਪਏ ਹਾਂ ਤਾਂ ਇਹਦੀ 2-3 ਦਿਨ ਦੇ ਵਿੱਚ ਕਾਰਵਾਈ ਕਰਕੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਜੋ ਉਹਨਾਂ ਦੀ ਕਾਰਵਾਈ ਬਣਦੀ ਹੈ ਉਹਨਾਂ ਦੀ ਕੀਤੀ ਜਾਵੇ। ਠੀਕ ਹੈ ਕਿ ਇਸ ਗੱਲ ਨੂੰ ਹੋ ਗਿਆ ਪੂਰਾ ਸਾਲ ਹੋ ਗਿਆ, ਪਰ ਪੁਲਿਸ ਦੀ ਕਿਤੇ ਨਾ ਕਿਤੇ ਮੈਂ ਮੰਨਦਾ ਹੋ ਸਕਦਾ ਹੈ ਕਿ ਢਿੱਲਾਪਨ ਹੋਵੇ, ਪਰ ਜੇਕਰ ਕਿਸੇ ਕੋਲ ਵੀ ਕੋਈ ਕਲੂ ਹੋਵੇ, ਵੀ ਕੋਈ ਪਤਾ ਹੋਵੇ ਆਪਾਂ ਨੂੰ ਵੀ ਕੋਈ ਦੋਸ਼ੀ ਹੈ ਤੇ ਪੁਲਿਸ ਫੜ ਨਹੀਂ ਰਹੀ, ਤਾਂ ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰਾਂਗੇ। ਲੇਕਿਨ ਮੇਰੇ ਹਿਸਾਬ ਨਾਲ ਪੁਲਿਸ ਅਜੇ ਤੱਕ ਕਿਸੇ ਕਲੂ ਤੇ ਨਹੀਂ ਪਹੁੰਚੀ ਹੈ, ਤਾਂ ਇਹ ਜ਼ਰੂਰ ਹੈ ਕਿ ਥੋੜ੍ਹਾ ਬਹੁਤਾ ਢਿੱਲਾਪਨ ਜ਼ਰੂਰ ਹੋਵੇ। ਤਾਂ ਮੈਂ ਇਸ ਗੱਲ ਤੋਂ ਐਗਰੀ ਹਾਂ ਕਿ ਸਾਲ ਹੋ ਗਏ, ਜਿੱਥੇ ਕਈ ਵਾਰੀ ਤਾਂ ਇਹ ਜ਼ਰੂਰੀ ਨਹੀਂ ਕਿ ਮਹਾਰਾਣੀ ਵਾਲੀ ਗੱਲ ਹੋਵੇ, ਬੜੇ ਸਾਰੇ ਹੋਰ ਕਿਡਨੈਪਿੰਗ ਹੋਈਆਂ, ਫਲਾਣਾ ਹੋਈਆਂ, 24 ਘੰਟੇ ਦੇ ਅੰਦਰ ਹੋ ਜਾਂਦੇ ਆ। ਪਰ ਜੇਕਰ ਕੋਈ ਕਿਸੇ ਕਿਸਮ ਦਾ ਕਲੂ ਹੈ ਕਿਸੇ ਕੋਲ ਤਾਂ ਉਹ ਦੱਸੋ, ਅਸੀਂ ਨਾਲ ਲੱਗ ਕੇ ਅਸੀਂ ਫੜਵਾਵਾਂਗੇ। ਸੁਖਵਿੰਦਰ ਸੁੱਖੀ ਜੀ ਨੂੰ ਸ਼ਲਾਘਾ ਦਾ ਪਾਤਰ ਮੰਨਦਾ ਕਿ ਇਹ ਜਿਹੜੀ ਬਲਦੀ ਹੋਈ ਚਿਣਗ ਹੈ, ਜਿਹੜੀ 1 ਸਾਲ ਪਹਿਲਾਂ ਸ਼ੁਰੂ ਹੋਈ ਸੀਗੀ, ਉਹਨੂੰ ਉਹਨਾਂ ਨੇ ਬਲਦਾ ਰੱਖਿਆ, ਉਹ ਇਸ ਲਈ ਬਹੁਤ ਸ਼ਲਾਘਾ ਦੇ ਪਾਤਰ ਨੇ। ਜੇ ਮੈਂ ਭੀਮ ਸਾਹਿਬ ਡਾਕਟਰ ਭੀਮ ਸਾਹਿਬ ਅੰਬੇਦਕਰ ਦੀ ਮੂਰਤੀ ਦੀ ਗੱਲ ਕਰਾਂ, ਜਦੋਂ ਇਹ ਟੁੱਟੀ ਸੀਗੀ, ਉਸ ਪੂਰੇ ਪ੍ਰਕਰਣ ਨੂੰ ਇੱਕ ਸੀਰੀਜ਼ 'ਚ ਬਣ ਕੇ ਦੇਖਿਆ ਜਾਵੇ ਤਦ ਫੁਹਾਰਾ ਚੌਂਕ ਦੀ ਕੋਈ ਗੱਲ ਨਹੀਂ ਸੀਗੀ। ਤਦ ਗੱਲ ਇਹ ਸੀਗੀ ਵੀ ਇਸ ਚੌਂਕ ਨੂੰ ITI ਚੌਂਕ ਤੋਂ ਹਟਾ ਕੇ ਅੰਬੇਦਕਰ ਚੌਂਕ ਐਲਾਨਿਆ ਜਾਵੇ। ਫੁਹਾਰਾ ਚੌਂਕ ਦੀ ਕਿਸੇ ਨੇ ਕੋਈ ਗੱਲ ਨਹੀਂ ਸੀ ਕੀਤੀ। ਬਾਅਦ 'ਚ ਪਤਾ ਲੱਗਿਆ, ਅਸੀਂ ਵੀ ਮੀਟਿੰਗਾਂ 'ਚ ਬੈਠੇ, MLA ਸਾਹਿਬ ਨੇ ਕਿਹਾ ਵੀ ਮੈਂ 2.5 ਲੱਖ ਰੁਪਇਆ ਆਪਣੇ ਅਕਾਊਂਟ 'ਚ ਦਿੰਦਾ। ਫਿਰ ਸਾਨੂੰ ਇਹ ਆਫਰ ਵੀ ਆਏਗੇ, EO ਸਾਹਿਬ ਨੇ ਕਿਹਾ ਵੀ ਤੁਸੀਂ ਉਰੇ ਨਾ ਬਣਾਓ ਜੀ ਮੂਰਤੀ, ਪਿੱਛੇ ਜਿਹੜਾ ਆਪਣਾ ਨਿਰੰਕਾਰੀ ਉਹ ਹੈ ਆਪਣਾ ਪਾਰਕ ਹੈ, ਉਹਦੇ ਕੋਲ ਜਾ ਕੇ ਬਣਾ ਲਓ। ਕਿਤੇ ਨਾ ਕਿਤੇ ਜਿਹੜੀ ਮੈਲਾਫਾਈਡ ਇੰਟੈਂਸ਼ਨ ਹੈ ਪੂਰੇ ਪ੍ਰਸ਼ਾਸਨ ਦੀ, ਕਿ ਉਰੇ ਪ੍ਰਸ਼ਾਸਨ ਨੂੰ ਪਤਾ ਸੀਗਾ ਕਿ ਉਰੇ ਫੁਹਾਰਾ ਚੌਂਕ ਬਣਨਾ ਹੈ ਤੇ ਆਹ ਮੂਰਤੀ ਵਿੱਚ ਵੱਡੀ ਅੜਚਣ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ। ਇਹਨੂੰ ਤਰੀਕੇ ਨਾਲ
ਇੱਕ ਇਹ ਤੁਸੀਂ ਇਹ ਨਾ ਸਮਝੋ ਕਿ ਇਹ ਉਰੇ ਆ ਗਏ ਕੋਈ ਸ਼ਰਾਰਤੀ ਅਨਸਰਾਂ ਨੇ, ਜਿਸ ਤਰ੍ਹਾਂ ਉੱਥੇ ਉਦਮ ਸਿੰਘ ਦੀ ਬੰਦੂਕ ਤੋੜੀ ਸੀਗੀ, ਲਵ ਮਾਈ ਰਾਜਪੁਰਾ ਤੋੜਿਆ ਸੀਗਾ, ਉਹਨਾਂ ਸ਼ਰਾਰਤੀ ਅਨਸਰਾਂ ਨੇ ਤੋੜਿਆ ਨਾ। ਇਹ ਜਿਹੜੀ ਮੂਰਤੀ ਤੋੜੀ ਗਈ ਹੈ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਤੋੜੀ ਗਈ ਹੈ, ਤਾਂ ਕਿ ਉਰੋਂ ਮੂਰਤੀ ਚੱਕ ਕੇ ਸਾਈਡ ਤੇ ਕੀਤੀ ਜਾਵੇ ਤੇ ਇਸ ਚੌਂਕ ਨੂੰ ITI ਚੌਂਕ ਨੂੰ ਫੁਹਾਰਾ ਚੌਂਕ ਦੇ ਰੂਪ 'ਚ ਸਥਾਪਿਤ ਕੀਤਾ ਜਾਵੇ। ਮੈਨੂੰ ਪਰਸਨਲੀ ਕੋਈ ਦਿੱਕਤ ਨਹੀਂ ਹੈ, ਫੁਹਾਰਾ ਚੌਂਕ ਬਣੇ, ਸਾਡੇ ਰਾਜਪੁਰੇ ਦੇ ਵਾਸਤੇ ਸ਼ਾਨ ਵਾਲੀ ਗੱਲ ਹੈ, ਵਧੀਆ ਗੱਲ ਹੈ, ਪਰ ਇਸ ਫੁਹਾਰਾ ਚੌਂਕ ਵਾਸਤੇ ਅੰਬੇਦਕਰ ਦੀ ਮੂਰਤੀ ਦੀ ਬਲਿਦਾਨ ਕਿਉਂ ਦਿੱਤਾ ਜਾਵੇ? ਸੋਚਣ ਵਾਲੀ ਗੱਲ ਇਹ ਹੈ ਕਿ ਇਹ ਮੂਰਤੀ ਉਰੋਂ ਚੱਕ ਕੇ ਤੁਸੀਂ ਫੁਹਾਰਾ ਚੌਂਕ ਦੇ ਉੱਪਰ ਨਹੀਂ ਰੱਖ ਸਕਦੇ, ਵੱਡੀ ਕਰਕੇ ਲਾਓ। ਮੈਂ ਸੁੱਖੀ ਜੀ ਵੱਲੋਂ ਆਸ਼ਵਾਸਨ ਦਿੰਦਾ, ਪ੍ਰਸ਼ਾਸਨ ਦੇ ਨਾਲ ਸਭ ਤੋਂ ਵੱਧ ਪੈਸੇ ਅਸੀਂ ਇਕੱਠੇ ਕਰਕੇ ਲਾਵਾਂਗੇ। ਤੁਸੀਂ ਫੁਹਾਰਾ ਚੌਂਕ ਦੀ ਜਗ੍ਹਾ ਇਸ ਚੌਂਕ ਦਾ ਨਾਮ ਅੰਬੇਦਕਰ ਚੌਂਕ ਰੱਖੋ, ਜਿਹੜਾ ਤੁਸੀਂ ਉੱਪਰ ਉਹਦੇ ਫੁਹਾਰਾ ਲਾਣਾ ਉਹਦੀ ਜਗ੍ਹਾ ਤੁਸੀਂ ਅੰਬੇਦਕਰ ਸਾਹਿਬ ਦੀ ਮੂਰਤੀ ਕਿਉਂ ਨਹੀਂ ਲਾਉਂਦੇ? ਜਿਹੜੀ ਇਹ ਸੋਚ ਹੈ, ਜਿਹੜੀ ਮਲੀਨ ਸੋਚ ਹੈ, ਪਤਿਤ ਸੋਚ ਹੈ ਕਿ ਅੰਬੇਦਕਰ ਨੂੰ ਕਿਸੇ ਨਾ ਕਿਸੇ ਰੂਪ 'ਚ ਪਿੱਛੇ ਰੱਖਣਾ, ਉਹਦਾ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਚਿਹਰਾ ਹੈਗਾ ਪਤਿਤ ਸੋਚ ਦਾ, ਉਹ ਸਾਫ਼ ਝਲਕਦਾ, ਇਸ 'ਚੋਂ ਸਾਫ਼ ਹੁੰਦਾ। ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਸਾਰੀ ਜਥੇਬੰਦੀਆਂ ਵੱਲੋਂ, ਆਮ ਆਦਮੀ ਪਾਰਟੀ, BJP, ਅਕਾਲੀ ਦਲ, ਹੋਰ ਜਿੰਨੀ ਵੀ ਦਲ ਜਥੇਬੰਦੀਆਂ, ਵੱਡਾ ਕੋਈ ਅੰਦੋਲਨ ਸ਼ੁਰੂ ਕੀਤਾ ਜਾਵੇ। ਉਸ ਤੋਂ ਪਹਿਲਾਂ ਸਾਡੀ ਬੇਨਤੀ ਹੈ ਨਿਮਰਤਾ ਸਹਿਤ ਕਿ ਕਿਰਪਾ ਕਰਕੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਦੋਸ਼ ਦਾ ਇਹਦਾ ਉਹ ਕਰ ਜਾਏ, ਨਹੀਂ ਤਾਂ ਇਹਦੇ ਜਿਹੜੀ ਇਹਦੀ ਸੈਂਟਿਟੀ ਸੀਗੀ, ਜਿਹੜੀ ਪਵਿੱਤਰਤਾ ਸੀਗੀ, ਉਹਨੂੰ ਬਰਕਰਾਰ ਰੱਖਦੇ ਹੋਏ ਇੱਕ ਤਾਂ ਫੁਹਾਰਾ ਚੌਂਕ ਦਾ ਨਾਮ ਜਿਹੜਾ ਸੀਗਾ ਉਹ ਅੰਬੇਦਕਰ ਚੌਂਕ ਦਾ ਨਾਮ ਵਾਲੀ ਗੱਲ ਦੇ ਉੱਪਰ, ਤੇ ਇਹਦੀ ਮੂਰਤੀ ਨੂੰ ਉੱਪਰ ਲਾਉਣ ਦੀ ਗੱਲ ਜਿਹੜੀ ਹੈ ਉਹ ਕੀਤੀ। ਡਾਕਟਰ ਭੀਮ ਰਾਓ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਿਹੜੀ ਇਹ ਮੂਰਤੀ 1 ਸਾਲ ਪਹਿਲਾਂ ਟੁੱਟੀ ਸੀ, ਜਿਵੇਂ ਕਿ ਸਾਰੇ ਆਗੂਆਂ ਨੇ ਦੱਸਿਆ ਹੀ ਹੈ ਕਿ ਇਹ ਗਿਣੀ ਮਿੱਥੀ ਇੱਕ ਸਾਜ਼ਿਸ਼ ਦਾ ਹਿੱਸਾ ਹੈ। ਤੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਵੇਂ ਅੱਜ ਸਾਰੀਆਂ ਜਥੇਬੰਦੀਆਂ, ਅਲੱਗ-ਅਲੱਗ ਪਾਰਟੀਆਂ ਇਹ ਮੰਗ ਕਰ ਰਹੀਆਂ, ਦਲਿਤ ਨੇਤਾ ਸੁਖਜਿੰਦਰ ਸਿੰਘ ਸੁੱਖੀ ਜੀ ਦੀ ਅਗਵਾਈ ਹੇਠ, ਕਿ ਇਹ ਜਿਹੜੀ ਮੂਰਤੀ ਦਾ ਤੋੜਿਆ ਸੀ, ਜਿਨ੍ਹਾਂ ਨੇ ਤੋੜਿਆ ਸੀ ਉਹਨਾਂ ਨੂੰ ਫੜ ਕੇ ਸਲਾਖਾਂ ਅੰਦਰ ਕਰਨਾ ਚਾਹੀਦਾ। ਮੈਂ ਇਹਦਾ ਸਮਰਥਨ ਕਰਦਾ ਤੇ ਮੇਰੀ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਕਿ ਸ਼ਹਿਰ ਦਾ ਮਾਹੌਲ ਸ਼ਾਂਤਪੂਰਨ ਰਹੇ ਤੇ ਕਰੋਨਾ ਦੇ ਚੱਲਦੇ ਕੋਈ ਧਰਨੇ ਵਗੈਰਾ ਦੀ ਨੌਬਤ ਨਾ ਆਵੇ। ਇਸ ਲਈ ਬੇਨਤੀ ਹੈ ਕਿ ਸਮੇਂ ਰਹਿੰਦਿਆਂ ਇਹਨੂੰ ਸਾਂਭਿਆ ਜਾਵੇ ਤੇ ਜਿਹੜੇ ਕਹਿੰਦੇ ਨੇ ਲੋਕਾਂ ਨੇ ਇਹਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਫੜ ਕੇ ਸਲਾਖਾਂ ਅੰਦਰ ਕਰਨਾ ਚਾਹੀਦਾ। ਤੇ ਇਸ ਮੌਕੇ ਜਿਹੜੇ ਸੁਖਜਿੰਦਰ ਸਿੰਘ ਸੁੱਖੀ ਜੀ ਨੇ, ਇਹਨਾਂ ਦਾ ਵੀ ਬਹੁਤ ਵਧੀਆ ਉਪਰਾਲਾ ਜਿਹੜਾ ਇਹਨਾਂ ਨਾਲ ਇਹਨਾਂ ਦੇ ਵਿਸ਼ਵਾਸ ਜਤਾਉਂਦੇ ਹੋਏ ਅੱਜ ਸਾਰੀਆਂ ਅਲੱਗ-ਅਲੱਗ ਪਾਰਟੀਆਂ, ਅਲੱਗ-ਅਲੱਗ ਜਥੇਬੰਦੀਆਂ ਨੇ ਅੱਜ ਆ ਕੇ ਇਹਨਾਂ ਦੀ ਅਗਵਾਈ ਹੇਠ ਇਹ ਕੰਮ ਕੀਤਾ। ਤੇ ਪਟਿਆਲਾ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ 1 ਸਾਲ ਸਾਨੂੰ ਸੰਘਰਸ਼ ਲਗਭਗ ਕਰਦਿਆਂ ਨੂੰ ਹੋ ਗਿਆ, ਪਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦਾ ਜਿਹੜਾ ਇਨਸਾਫ ਸੀ ਉਹ ਨਹੀਂ ਮਿਲਿਆ। ਅੱਜ ਪੂਰੇ ਦੇਸ਼ ਦੇ ਵਿੱਚ ਚਾਹੇ ਮਜ਼ਦੂਰ ਜਥੇਬੰਦੀਆਂ, ਚਾਹੇ ਕਿਸਾਨ ਜਥੇਬੰਦੀਆਂ, ਚਾਹੇ ਮੁਲਾਜ਼ਮ ਜਥੇਬੰਦੀਆਂ, ਚਾਹੇ ਨਿਊਟਰਲ ਸਮਾਜ ਸੇਵੀ ਲੋਕ ਹੈ, ਉਹ ਇਹਨਾਂ ਮੌਜੂਦਾ ਸਰਕਾਰਾਂ ਤੋਂ ਦੁਖੀ ਹੈ, ਚਾਹੇ ਸਰਕਾਰ ਸੈਂਟਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ। ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਰਸਤਾ ਰੋਕ ਰਹੀਆਂ, ਮਜ਼ਦੂਰ ਜਥੇਬੰਦੀਆਂ ਧਰਨਾ ਦੇ ਰਹੀਆਂ, ਮੁਲਾਜ਼ਮ ਜਥੇਬੰਦੀਆਂ ਟੈਂਕੇ 'ਤੇ ਚੜ੍ਹ ਰਹੀਆਂ, ਕਿਤੇ ਇੱਥੋਂ ਦੇ ਬਹੁਜਨ ਸਮਾਜ ਨੂੰ, ਦਲਿਤ ਸਮਾਜ ਨੂੰ, ਸਮਾਜ ਸੇਵੀ ਸਮਾਜ ਨੂੰ ਕੋਈ ਇਹੋ ਕਦਮ ਚੁੱਕਣਾ ਪਵੇ। ਇਸ ਕਰਕੇ ਅਸੀਂ ਇਹ ਆਗਾਹ ਕਰਦੇ ਹਾਂ ਇੱਥੋਂ ਦੇ ਸ਼ਾਸਨ ਪ੍ਰਸ਼ਾਸਨ ਨੂੰ ਕਿ ਇਹੋ ਜਿਹਾ ਕੋਈ ਪ੍ਰਬੰਧ ਕਰਿਆ ਜਾਵੇ ਜੋ ਤਾਂ ਕਿ ਮੂਰਤੀ ਨੂੰ, ਬਾਬਾ ਸਾਹਿਬ ਨੂੰ ਇੱਥੋਂ ਦੇ ਲੋਕਾਂ ਨੂੰ ਇਨਸਾਫ ਮਿਲ ਸਕੇ, ਨਹੀਂ ਤਾਂ ਕੋਈ ਵੱਡਾ ਸੰਘਰਸ਼ ਲਿਖਣ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਧੰਨਵਾਦ। राजपुरा से कैमरामैन ललित कुमार के साथ मीडिया पर्सन संदीप चौधरी, न्यूज़ 89 पंजाब। कोरोना के इस दौर में जहां अपने बिजनेस के ऐड के साधन कम हो गए हैं, वहीं अपने बिजनेस को बढ़ाने के लिए न्यूज़ 89 पंजाब आपके लिए लाया है सोशल मीडिया पर सबसे कम कीमत पर ऐड। जी हां, आज ही न्यूज़ 89 पंजाब न्यूज़ चैनल पर सिर्फ 2500 रुपए महीने पर अपनी ऐड बुक करवाएं और अपने बिजनेस को बढ़ाएं। आज ही संपर्क करें 9317500009 या 8115000006 पर। ਪੈਪਸੂ ਟਾਊਨਸ਼ਿਪ ਡਿਵੈਲਪਮੈਂਟ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਸ਼੍ਰੀ ਜਗਦੀਸ਼ ਕੁਮਾਰ ਜੱਗਾ ਜੀ ਦੇ ਨਾਲ ਜੁੜਨ ਲਈ 9990107900 ਨੰਬਰ ਤੇ ਮਿਸ ਕਾਲ ਕਰੋ ਜਾਂ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਫੋਲੋ ਕਰੋ।